ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਜਿਹੜੇ ਇਨਸਾਨ ਆਪ ਹੱਥੀਂ ਮਿਹਨਤ ਕਰਦੇ ਆ, ਉਸ ਮਿਹਨਤ ਵਿੱਚੋਂ ਆਪਣਾ ਗੁਜ਼ਾਰਾ ਵੀ ਕਰਦੇ ਆ ਅਤੇ ਦੂਸਰੇ ਆਦਮੀ ਦੀ ਵੀ ਲੋੜ ਪੈਣ 'ਤੇ ਸਹਾਇਤਾ ਕਰ ਦਿੰਦੇ ਆ। ਅਸਲ ਦੇ ਵਿੱਚ ਇਹੋ ਹੀ ਆਦਮੀ ਜਿਹੜੇ ਹਨ ਜ਼ਿੰਦਗੀ ਦਾ ਸਹੀ ਰਸਤਾ ਚੁਣਦੇ ਆ, ਸਹੀ ਰਸਤੇ ਨੂੰ ਪਛਾਣਦੇ ਆ। ਅਧਿਆਤਕ ਮਾਰਗ ਦੀ ਸੋਝੀ ਇਹਨਾਂ ਇਨਸਾਨਾਂ ਨੂੰ ਹੀ ਹੁੰਦੀ ਆ। ਪਰ ਜਿਹੜੇ ਇਨਸਾਨ ਕਮਾਈ ਤਾਂ ਕਰਦੇ ਆ, ਲੇਕਿਨ ਉਸ ਕਮਾਈ ਦੇ ਵਿੱਚੋਂ ਦੂਸਰੇ ਦੀ ਮਦਦ ਨਹੀਂ ਕਰਦੇ। ਹੱਥ ਨੂੰ ਇੰਨਾ ਘੁੱਟ ਕੇ ਰੱਖਦੇ ਆ ਕਿ ਜਿਹੜਾ ਪੈਸਾ ਕਿਤੇ ਤਿਲਕ ਕੇ ਦੂਸਰੇ ਦੀ ਸਹਾਇਤਾ ਦੇ ਵਾਸਤੇ ਚਲਾ ਨਾ ਜਾਵੇ। ਇਹੋ ਜਿਹੇ ਫਿਰ ਇਨਸਾਨਾਂ ਦਾ ਜਿਹੜਾ ਸਮਾਂ ਹੁੰਦਾ ਹੈ ਬਾਅਦ ਦੇ ਵਿੱਚ, ਉਹ ਬਹੁਤ ਜ਼ਿਆਦਾ ਦੁੱਖਾਂ ਦੇ ਨਾਲ ਭਰ ਜਾਂਦਾ ਹੈ। ਬੜੀ ਪਚੀਦੀ ਜ਼ਿੰਦਗੀ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਂਦੀ ਹੈ। ਇਸੇ ਕਰਕੇ ਜ਼ਰੂਰੀ ਆ ਕਿ ਸਾਨੂੰ ਜਿੱਥੇ ਕਿਰਤ ਕਰਨੀ ਆ ਨਾ, ਉੱਥੇ ਵੰਡ ਕੇ ਛਕਣਾ ਵੀ ਚਾਹੀਦਾ ਹੈ। ਕਿਉਂ? ਕਿਰਤ ਕਰਨੀ ਇੱਕ ਬੰਦਗੀ ਹੈਗੀ ਆ, ਲੇਕਿਨ ਵੰਡ ਕੇ ਨਾ ਛਕਣਾ ਇੱਕ ਸ਼ਰਮਿੰਦਗੀ ਹੈਗੀ ਆ। ਇਸ ਕਰਕੇ ਆਪਣੇ ਜੀਵਨ ਦੇ ਵਿੱਚ ਦਸਵੰਧ ਦੀ ਕਾਰ ਜ਼ਰੂਰ ਕਮਾਉਣੀ ਚਾਹੀਦੀ ਆ। ਜਿਤਨਾ ਵੀ ਹੋ ਸਕੇ ਆਪਣੇ ਬਿੱਤੋਂ ਵੱਧ ਕਿਸੇ ਦੀ ਸਹਾਇਤਾ ਕਰਨ ਦੇ ਵਿੱਚ ਕੋਈ ਵੀ ਅਵਸਰ ਨੂੰ ਗਵਾਉਣਾ ਨਹੀਂ ਚਾਹੀਦਾ। ਇੱਕ ਤਾਂ ਸਹਾਇਤਾ ਕਰਨ ਦੇ ਨਾਲ ਦੂਸਰੇ ਦੀਆਂ ਸੀਸਾਂ ਪ੍ਰਾਪਤ ਹੋ ਜਾਂਦੀਆਂ। ਅਗਲਾ ਕੀ ਹੈ ਕਿ ਅਗਲਾ ਜਿਹੜਾ ਨਾ ਸਾਡੇ ਜੀਵਨ ਦੇ ਵਿੱਚ ਆਉਣ ਵਾਲੇ ਦੁੱਖ ਦਰਦ ਕਲੇਸ਼ ਹੈਗੇ ਜਾਂ ਬਿਮਾਰੀਆਂ ਹੈਗੀਆਂ, ਉਹਨਾਂ ਨੂੰ ਆਪਣੇ ਪਾਸ ਲੈ ਜਾਂਦਾ ਹੈ। ਜਿਉਂ ਕਹਿ ਲਓ ਕਿ ਸਾਡੇ ਜੀਵਨ ਦੇ ਜਿੰਨੇ ਵੀ ਦੁੱਖ ਕਲੇਸ਼ ਆ ਨਾ, ਉਹ ਕਿਸੇ ਦੀ ਅਸੀਸ ਸਦਕਾ ਧੋਤੇ ਜਾਂਦੇ ਆ, ਕੰਮ ਹੋ ਜਾਂਦੇ ਆ, ਜੀਵਨ ਨਵਾਂ ਨਰੋਆ ਹੋ ਜਾਂਦਾ। ਪਰ ਜਿਹੜੇ ਇਨਸਾਨ ਇੱਕ ਕਮਾਈ ਕਰਕੇ ਵੀ ਹੱਥ ਦੇ ਵਿੱਚ 1 ਰੁਪਈਆ ਖਰਚ ਕੇ ਰਾਜੀ ਨਹੀਂ, ਫਿਰ ਉਹਨਾਂ ਦਾ ਜੀਵਨ ਜਿਹੜਾ ਹੈ ਨਾ, ਆਉਣ ਵਾਲਾ ਜਿਹੜਾ ਸਮਾਂ ਹੈਗਾ, ਉਹ ਬਹੁਤ ਮੁਸ਼ਕਲ ਹੋ ਜਾਂਦਾ। ਅਸਲ ਦੇ ਵਿੱਚ ਇਹੋ ਜਿਹੇ ਕੰਜੂਸ ਆਦਮੀ ਆਪਣਾ ਜਿੱਥੇ ਲੋਕ ਗਵਾ ਜਾਂਦੇ ਆ, ਉੱਥੇ ਪਰਲੋਕ ਵੀ ਗਵਾ ਜਾਂਦੇ ਆ। ਸੋ ਇਹੋ ਜਿਹੇ ਇਨਸਾਨਾਂ ਦੀਆਂ ਜਿਹੜੀਆਂ ਕਹਾਣੀਆਂ ਹੈਗੀਆਂ ਜਾਂ ਉਹਨਾਂ ਜੀਵਨ ਦੀਆਂ ਗਥਾਵਾਂ ਸੰਸਾਰ ਦੇ ਵਿੱਚ ਭਰੀਆਂ ਪਈਆਂ। ਜਿਵੇਂ ਮਹਾਂਪੁਰਖ ਬਚਨ ਕਰਦੇ ਸੀਗੇ ਕਿ ਇੱਕ ਵਾਰ ਇੱਕ ਸੇਠ ਬੜਾ ਧਨਾੜ ਸੀਗਾ। ਉਹਦੇ ਕੋਲ ਇੰਨਾ ਪੈਸਾ ਸੀਗਾ ਕਿ ਉਹਨੇ ਜ਼ਿੰਦਗੀ ਦੇ ਵਿੱਚ 1 ਵੀ ਰੁਪਈਆ ਕਿਸੇ ਦੀ ਭਲਾਈ ਦੇ ਵਾਸਤੇ ਖਰਚ ਨਹੀਂ ਸੀ ਕੀਤਾ। ਸਮਾਂ ਐਸਾ ਆ ਗਿਆ ਕਿ ਧਨ ਜਿਵੇਂ ਜਿਵੇਂ ਵੱਧਦਾ ਗਿਆ, ਉਹਦੀ ਕੰਜੂਸੀ ਵੀ ਉਸੇ ਹਿਸਾਬ ਨਾਲ ਵੱਧਦੀ ਗਈ। ਪਰ ਇੱਕ ਦਿਨ ਸਮਾਂ ਐਸਾ ਆਇਆ ਜਦ ਰਾਤ ਨੂੰ ਉਹ ਸੁੱਤਾ ਪਿਆ ਸੀ। ਸੁੱਤੇ ਪਏ ਨੂੰ ਇੱਕ ਸੁਪਨਾ ਆਇਆ। ਸੁਪਨਾ ਇਸ ਤਰ੍ਹਾਂ ਦਾ ਹੈਗਾ ਜਿਵੇਂ ਉਹਦੀ ਛਾਤੀ ਦੇ ਉੱਤੇ ਇੱਕ ਬਹੁਤ ਵੱਡਾ ਫਨੀਅਰ ਨਾਗ ਆ ਕੇ ਬੈਠ ਗਿਆ ਹੁੰਦਾ। ਜਦੋਂ ਉਹਦੀ ਛਾਤੀ ਦੇ ਉੱਤੇ ਫਨੀਅਰ ਨਾਗ ਆ ਕੇ ਬੈਠਿਆ ਅਤੇ ਯਕਦਮ ਉਹ ਸੁਪਨੇ ਵਿੱਚ ਹੀ ਦੱਬ ਕੇ ਡਰ ਗਿਆ ਅਤੇ ਨਾਲ ਉਹਦੀ ਚੀਕ ਬੜੇ ਜ਼ੋਰ ਦੇ ਨਾਲ ਨਿਕਲੀ ਤਾਂ ਉਹ ਇੱਕਦਮ ਉੱਠ ਕੇ ਮੰਜੇ ਤੋਂ ਬੈਠ ਗਿਆ। ਸੋਚਿਆ, ਬੜਾ ਹੈਰਾਨ ਹੋ ਗਿਆ ਕਿ ਸੁਪਨਾ ਕਿਹੋ ਜਿਹਾ ਸੀਗਾ ਜਿਸ ਨੇ ਮੇਰਾ ਸਾਹ ਹੀ ਸਾਰਾ ਸਕਾਤਾ ਹੋਵੇ। ਉਹਦੀ ਚੀਕ ਸੁਣ ਕੇ ਘਰ ਦੇ ਸਾਰੇ ਉੱਠ ਪਏ, ਪਰ ਸੇਠ ਨੇ ਮਨ 'ਚ ਸੋਚਿਆ ਵੀ ਚਲੋ ਇਹ ਸੁਪਨਾ ਹੀ ਸੀਗਾ। ਪਰ ਜਦੋਂ ਇਹ ਸੁਪਨਾ ਵਾਰ-ਵਾਰ ਹਫ਼ਤੇ ਦੇ ਵਿੱਚ ਤਕਰੀਬਨ 3 ਵਾਰੀ ਉਹਨੂੰ ਆਉਣ ਲੱਗਾ ਤਾਂ ਉਹ ਸੇਠ ਜਦ ਤਬ ਕੇ ਉੱਠੇ ਅਤੇ ਰਾਤ ਨੂੰ ਚੀਕਾਂ ਮਾਰੇ। ਬੜੀ ਪਰੇਸ਼ਾਨੀ ਹੋ ਗਈ ਕਿ ਇੱਕੋ ਹੀ ਸੁਪਨਾ ਮੈਨੂੰ ਸੱਪ ਦਾ ਰੋਜ਼ ਆਉਂਦਾ ਹੈਗਾ ਅਤੇ ਉਹ ਸੱਪ ਮੇਰੀ ਛਾਤੀ 'ਤੇ ਹੱਥ ਕੇ ਬੈਠ ਜਾਂਦਾ ਅਤੇ ਮੇਰੇ ਵੱਲ ਬੜੇ ਹੀ ਡਰਾਉਣੀ ਸ਼ਕਲ ਦੇ ਨਾਲ ਮੈਨੂੰ ਤੱਕਦਾ ਰਹਿੰਦਾ ਹੈ। ਫਿਰ ਉਹਦੇ ਸੇਠ ਨੇ ਇਹ ਜਿਹੜੀ ਗੱਲ ਸੀਗੀ ਕਿਸੇ ਆਪਣੇ ਸੱਜਣ ਨਾਲ ਸਾਂਝੀ ਕੀਤੀ। ਫਿਰ ਉਹਨਾਂ ਨੇ ਦੱਸਿਆ ਕਿ ਮੇਰੇ ਇੱਕ ਮਿੱਤਰ ਵਾ ਜੋ ਰੱਬ ਦੇ ਨਾਲ ਬਹੁਤ ਜ਼ਿਆਦਾ ਅਧਿਆਤਮਕ ਤਰੱਕੀ ਦੇ ਵਿੱਚ ਅੱਗੇ ਆ। ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਉਹਨਾਂ ਦੇ ਪਾਸ ਚਲੇ ਜਾਂਦੇ ਹਾਂ। ਸੋ ਜਿਹੜੇ ਸੇਠ ਸੀਗੇ ਜਦ ਉਸ ਗੁਰਮੁਖ ਪਿਆਰੇ ਦੇ ਪਾਸ ਗਏ ਆ, ਫਿਰ ਉਹਨਾਂ ਨੂੰ ਇਹ ਸਾਰੀ ਜੋ ਹਕੀਕਤ ਸੀ ਸੁਪਨੇ ਦੀ ਉਹ ਸਾਂਝੀ ਕੀਤੀ ਕਿ ਕਿਵੇਂ ਹਫ਼ਤੇ ਦੇ ਵਿੱਚ ਤਕਰੀਬਨ 3-4 ਵਾਰ ਉਹਨਾਂ ਨੂੰ ਰੋਜ਼ ਸੱਪ ਦਾ ਸੁਪਨਾ ਆਉਂਦਾ ਹੈ ਅਤੇ ਸੱਪ ਵੀ ਇੰਨਾ ਡਰਾਉਣਾ ਹੈ ਕਿ ਉਹਨਾਂ ਦੀ ਛਾਤੀ 'ਚ ਆ ਕੇ ਬੈਠ ਜਾਂਦਾ ਅਤੇ ਜਿਵੇਂ ਉਹਨਾਂ ਦੇ ਡੰਗ ਮਾਰਨਾ ਹੁੰਦਾ। ਇਹ ਸੁਪਨਾ ਉਹਨਾਂ ਨੂੰ ਅਸਲੀਅਤ ਦੇ ਵਾਂਗੂ ਹੀ ਪ੍ਰਤੀਤ ਹੁੰਦਾ ਹੈ। ਜਦ ਇਹ ਗੱਲ ਹੋਈ ਸੀ, ਫਿਰ ਉਹਨੂੰ ਗੁਰਮੁਖ ਪਿਆਰਿਆਂ ਨੇ ਆਖਿਆ ਸੀਗਾ, ਕਹਿੰਦੇ ਭਾਈ ਸਾਨੂੰ ਇਹ ਦੱਸ ਕਿ ਤੂੰ ਜ਼ਿੰਦਗੀ ਦੇ ਵਿੱਚ ਕਦੀ ਦਸਵੰਧ ਵੀ ਕੱਢਦਾ ਹੈ, ਕਦੀ ਜੀਵਨ ਦੇ ਵਿੱਚ ਕਦੀ ਕਿਸੇ ਦੀ ਪੈਸੇ ਨਾਲ ਸਹਾਇਤਾ ਵੀ ਕੀਤੀ ਆ ਕਿ ਰੱਬ ਨੂੰ ਤੈਨੂੰ ਪੈਸੇ ਦੇ ਬੇਸ਼ੁਮਾਰ ਦੌਲਤ ਦੇ ਭੰਡਾਰ ਦਿੱਤੇ ਆ, ਕਦੀ ਕਿਸੇ ਦੀ ਮਦਦ ਕਰਕੇ ਤੈਨੂੰ ਖੁਸ਼ੀ ਪ੍ਰਤੀਤ ਹੋਈ? ਜਦ ਇਹ ਗੱਲ ਹੋਈ ਤਾਂ ਉਹ ਸੇਠ ਨੇ ਕਿਹਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਨੂੰ 1 ਰੁਪਈਆ ਦਾਨ ਨਹੀਂ ਕੀਤਾ ਹੈ, ਕਿਉਂਕਿ ਮੇਰੇ ਅੰਦਰ ਧਨ ਦੀ ਲਾਲਸਾ ਇੰਨੀ ਜ਼ਿਆਦਾ ਪ੍ਰਬਲ ਹੋ ਗਈ ਆ ਕਿ ਹੋਰ ਦੀ ਭਾਵਨਾ ਮੇਰੇ ਅੰਦਰ ਹਮੇਸ਼ਾ ਹੀ ਤ੍ਰਿਸ਼ਨਾ ਦੇ ਰੂਪ ਦੇ ਵਿੱਚ ਚੱਲਦੀ ਰਹਿੰਦੀ ਹੈ। ਜਦ ਇਹ ਗੱਲ ਹੋਈ ਸੀ, ਫਿਰ ਉਸ ਗੁਰਮੁਖ ਪਿਆਰੇ ਨੇ ਸੇਠ ਨੂੰ ਆਖਿਆ ਸੀ, ਕਹਿੰਦੇ ਸੇਠ ਦੇਖ, ਇਹ ਪੈਸਾ ਗੁਜਰਾਨ ਹੈ, ਨਾ ਕਿ ਇਹ ਧਨ ਦੌਲਤ ਇਕੱਠੀਆਂ ਕਰਨ ਦਾ ਇੱਕ ਵਸੀਲਾ ਹੈ। ਕਿਉਂਕਿ ਭਾਵੇਂ 1 ਨਹੀਂ ਕਰੋੜਾਂ ਰੁਪਈਆ ਤੁਸੀਂ ਇਕੱਠਾ ਕਰ ਲਓ, ਅਖੀਰ ਉਹ ਤੁਹਾਡੇ ਕਿਸ ਕੰਮ ਆਏਗਾ ਅਗਰ ਤੁਸੀਂ ਜ਼ਿੰਦਗੀ ਵਿੱਚ ਕਿਸੇ ਦੀ ਅਸੀਸ ਹੀ ਨਹੀਂ ਲਈ। ਇਹ ਤਾਂ ਤੁਹਾਡੇ ਉੱਤੇ ਕਲਗੀਧਰ ਮਹਾਰਾਜ ਦੀ ਬਖਸ਼ਿਸ਼ ਹੋਈ ਆ
कि तुहानूं आउण वाले जीवन का जिहड़ा संकेत वा वो सुपने दे विच सप दे रूप दे विच तुहानूं ये दर्शाउंदा हैगा कि तुहाडा अगला जन्म सप दा होवेगा। अगर तुसीं अपने जीवन दे विच परिवर्तन नहीं कीता हैगा तो तुसीं अगली जून अवश्य ही सप दी तुहानूं प्राप्त हो जाएगी। और सप दी जून भी ऐसी है कि जद 1 जून सप दी पूरी होएगी फिर जून सप दी, क्योंकि तुहाडी वासना जिहड़ी आ वो माया दे विच इन्नी खचत हो गई, इन्नी गहरी उतर गई आ कि तुहानूं बार बार मुड़ के फिर नाग दा ही जन्म प्राप्त होवेगा। जद उस गुरमुख प्यारे ने उस सेठ नूं ये गल समझाई सी, फिर ये गल जिहड़ी सी ना सेठ दे मन दे अंदर समझ दे विच आ गई सी, गहरी उतर गई सी। जिवें गुरबाणी दा फरमान है कि अंतकाल जो लक्ष्मी सिमरे ऐसी चिंता में जो मरे सर्प जून बाल बाल उतरे, बार बार सप दी जून। फिर उस जीवन दे विच सेठ ने अपना जो सुधार कीता सीगा ਉਹਦੇ ਵਿੱਚ ਫਿਰ ਉਹਨੇ जिन्नी भी ਜਿਹੜੀ माया ਸੀਗੀ ਉਹ दसबंध ਕੱਢ ਕੇ ਤੇ पिछला जो दसबंध ਰਹਿੰਦਾ ਸੀਗਾ सारा लंगर ਦੇ ਵਿੱਚ ਲਾ ਕੇ अपना जीवन सफल बनाने की कोशिश की सी। सो इस तरह है ना एक सज्जन महापुरख दसदे सीगे कि उन्होंने है ना गुरुद्वारे साहब दे विच सुखना सुखी कि अगर वाहिगुरु धन गुरु नानक साहब मेरे ते कृपा करन, मेरा किते प्रदेश का काम बना देन ते मैनू अगर उस काम दे विच सफलता प्राप्त हो जाए तो मैं अपने जीवन की कमाई दे विचों जितना भी दसबंध आ गुरु घर के लंगरां विच पावांगा। जद ये गल हुई सी तो वो सज्जन जिहड़े सीगे किसी विदेश विच चल गए। वो दसदे सी कि उन्होंने है ना विदेश में जाके बहुत सारी धन दौलत कमाई है, पर अपने जीवन दे विच एक भी जिहड़ा निक्का पैसा सीगा किसी भी गुरु घर की ना इमारत वास्ते, ना लंगर वास्ते, ना किसी की सहायता वास्ते कदे नहीं कढ़िया, क्योंकि उन्होंने अंदर भी है ना जिहड़ा पैसे की दौड़ इन्नी लग गई सी कि होर की लालसा उन्होंने दिन रात तड़फाउंदी रहिंदी सी। जितना पैसा उन्होंने पास आउंदा सीगा उन्ना ही पैसा की लालसा उन्होंने अंदर होर वधदी जांदी सी। फिर समा ऐसा आया कि देखो अगर कोई भी इंसान जिहड़ा हैगा वो गुरु के दिते हुए हुक्म नूं नहीं कमाउंदा हैगा, जिवें गुरबाणी का फरमान है 10 वस्तु ले पाछे पावे, एक वस्त का न बिखोट गवावे, एक भी ना दे 10 भी हिर ले तो मूड़ा को कहा करे। क्यों अगर वाहिगुरु एक भी ना दवे इंसान तो एक तो फिर 10 वस्तां भी खोलन, फिर कहंदे दसो की करे। इस तरह उस सज्जन दे नाल होई आ, उहदे शरीर नूं एक ऐसी भयानक बीमारी लगी कि शरीर जिहड़ा सीगा एक लकड़ के तख्ते वांगू बिल्कुल सीधा हो गया। जद लकड़ के तख्ते वांगू सीधा हो गया, पैसा बेशुमार सीगा पर उहदे नाल बहुत जिन्ना ज़्यादा इलाज कराया एक रति भी उन्होंने आराम नहीं आया। जद आराम नहीं आया तो फिर हुण बंदा मरदा की ना करदा। अखीर फिर थक हार के जब वापस वो अपने घर पहुंचा सीगा तो फिर उन्होंने पता लगा कि उन्हां दे ही अपने रिश्तेदारां दे विचों एक कोई गुरमुख प्यारे जिहड़े आ बहुत उच्ची अवस्था के मालक हैगे आ। उन्हां दे पास उन्होंने जाके रजोई की। जद रजोई की घरदियां ने फिर गुरमुख प्यारे जिहड़े सीगे दया दे घर आए, वो कहण लगे कि हाँ असीं तेरा हल तां कर सकदे हां पर तैनूं साडा जो हुक्म जो वचन हैगा उस वचन ते पहरा देना पऊगा। फिर वो घर दे कहण लगे कि ठीक है जो तुसीं सानूं हुक्म करोगे, जो तुसीं सानूं उदेश दोगे असीं कोशिश करांगे पूरी कि असीं उत्ते चल सकीए। फिर वो गुरमुख प्यारे कहण लगे चलो ठीक है, मैं अपने नाल दे जिन्ने संगी साथी गुरमुख प्यारे सज्जण वा उन्हां दे नाल सलाह करके तुहानूं दसांगा कि तेरे बारे की हो सकदा है। फिर देखो उन्हां ही गुरमुख प्यारिਆਂ ने अपने जिन्ने संगी साथी गुरमुख प्यारे सी उन्हां दे नाल सलाह कीती कि उन्हां दे बिल्कुल करीबी रिश्तेदार दा एक लड़का जिहड़ा विदेश गया सीगा से उसनूं एक ऐसी बीमारी लग गई आ कि जिहदे करके उहदा शरीर पूरी तरह आकड़ गया हैगा ते ना वो बैठ सकदा ना खड़ा हो सकदा हैगा, बहुत ज़्यादा मुश्किल हो गई आ। वो फिर सारे जिहड़े गुरमुख प्यारे सी उन्हां ने फिर ये गल जिहड़ी सीगी एक साझी कीती कि आपां इस तरह करदे हां, एक धन श्री गुरु ग्रंथ साहिब महाराज दा अखंड पाठ उहदे नां ते करदे हां पर इहदे विच उहनूं ये आदेश दिंदे आ कि जिन्नी भी बाणी आ तैनूं उस अखंड पाठ दी किसी भी तरीके दे नाल बैठ के लम्मे पै के जिवें भी हो सकदा हैगा वो एक ओंकार तो लैके 18 10 20 तक पूरी सरवण करनी पैनी है। जद फिर ये जिहड़ी गल सीगी उन्हां गुरमुख प्यारिਆਂ ने उस सज्जण नूं आखी, इस तरह प्रबंध किया गया। लेकिन जद धन श्री गुरु ग्रंथ साहिब दा पाठ रखना सीगा उस तो पहला इन्हां गुरमुख प्यारिਆਂ ने बड़े लंबे घंटे जिहड़े सीगा पहला कीर्तन किया। जद कीर्तन किया, कीर्तन की समाप्ति बाद धन श्री गुरु ग्रंथ साहिब दा अखंड पाठ शुरू करन लगे।
फिर वो सज्जण क्योंकि उन्होंने शरीर जिहड़ा सीगा वो पूरे लकड़ के तख्ते वांगू सीधा सीगा, इस करके उन्होंने धन गुरु ग्रंथ साहब के सरूप के सामने जिहड़ा सी लम्मा पा दिता गया। तो इधरों देखो धन श्री गुरु ग्रंथ साहब की बाणी का पाठ शुरू हो गया। इस तरह पाठ सुनते सुनते वो सज्जण के अंदर ऐसी तब्दीली आई आ कि वह शरीर जिहड़ा सी वो हौली हौली निरोग होना शुरू हो गया। जब निरोग होना शुरू हो गया काफ़ी राहत मिली आ। सो करते करते जब तीसरे दिन धन श्री गुरु ग्रंथ साहब महाराज का भोग पैना सीगा, वो जिहड़े इन्हां दा सज्जणा दा शरीर बिल्कुल तख्ते वांगू सीधा सीगा, वो बड़े सहज भाव दे नाल जद उठ के है ना वो बैठण दे विच वाहिगुरू की किरपा के सदका कामयाब हो गए। जब कामयाब हो गए मन के बड़ा हौसला आया। फिर उस तो बाद धन श्री गुरु ग्रंथ साहब का भोग पिया, अरदास हुई, वो सज्जणा ने फिर अरदास भी सुनी आ। उस तो बाद फिर जिहड़े गुरमुख प्यारे ने जब ये धन श्री गुरु ग्रंथ साहब के पाठ की समाप्ति तो बाद उसनूं ये दस्सिया कि भाई तैनूं याद कर कि तूं ये जिहड़ी बीमारी अपने अंदर शरीर च लैके आया है ये किवें आई है। जब ये गल जिहड़ी सी खंड पाठ तो पहला भी गुरमुख प्यारे ने कीती सी सांझी, तो फिर उस सज्जणा ने यह गल दसी सी कि जदों मेरा विदेश का काम नहीं सी बनता, मैं गुरुद्वारे साहब सुखना ही सुखदा हुंदा सीगा कि अगर मेरे ते कृपा हुई आ, मैनूं वाहिगुरू ने 4 पैसे दिते आ, मैं उहदे विचों दसवंध कट के गुरु घर दे लंगरां च लावांगा। सो ये सारी जिहड़ी गलबात सी दसवंध दी कहंदे मैं पूरी तरह भुल गया सीगा जां बेपरवाह हो गया सी इहदे विचों, ते मैं माया दे विच ना खुभ गया सीगा कि माया तो सिवाय मैनूं कोई दूसरी चीज़ नज़र ही नहीं आउंदी। क्यों, जिवें गुरबाणी का फरमान है माया धारी अत अन्ना बोला, इहो जी हालात कहंदे मेरी हो गई सी। पर देखो खंड पाठ शुरू होया, फिर उस तो बाद उत्ते किरपा होनी शुरू हो गई, शरीर की देह रोगता बन गई हैगी। फिर खंड पाठ साहब दे जद भोग पिया, फिर गुरमुख प्यारे ने उन्होंने ये गल आखी सी कि हुण तुसीं शुरू तो लैके हुण तक जिन्ना भी दसवंध बनता हैगा उसका जिहड़ा एक एक पाई रुपया हैगा उसका सारा पैसा इकट्ठा करके हजूर साहब जाके लंगरां दे विच दे के आओ, भेटा करके आओ। जद इन्नी गल होई सी फिर देखो उन्होंने जिन्ना भी दसवंध का पैसा सीगा सारा लंगर दे विच भेटा कीता। अज वो सज्जण जिहड़े आ पूरी तरह 9/9 आ, जिन्हां दा शरीर पूरी तरह तख्ते वांगू सीधा हो गया सीगा। क्यों, ये एक वाहिगुरू ने जो दुख लाया हुंदा है, ये दुख दारू बनता क्योंकि सानू ये याद दिवाउंदा कि असीं है ना गलती कित्थे कीती आ। सो जरूरी आ कि जिथे नाम जपना किरत करनी आ, पर तीसरा वचन धन गुरु नानक साहब महाराज दा कि वंड के छकना हैगा। पर फर्ज करो कि कई बारी इंसान की जिहड़ी जिंदगी वो ऐसे मोड़ दे विच ऐसी गरीबी च फस जाती है कि जिथे इंसान जिहड़ा है ना डंग दी डंग रोटी नूं भी तरसदा है, तो जिस इंसान नूं डंग दी डंग रोटी नहीं मिलती फिर वो अपना दसवंध किवें कट सकदा है। पर हाँ एक जरूर ये विच सोचण वाली गल है जां विचार वाली गल है। महापुरख कहंदे अगर ऐसे हालात होण तो उस टाइम फिर समय का दसवंध जरूर कड्डो। ये जिहड़ा समा हैगा ये आपां जदों गुरु घर की सेवा दे विच समर्पित कर देंगे फिर समा ऐसा आऊगा जदों तुहानूं सेवा की बदौलत गुरु घर के अंदर इन्नियां खुशियां तुहानूं प्राप्त होणगियां कि जिन्हां खुशियां दे अंबार लग जाणगे, तो जो तुहाडे मन की इच्छा वो तत्काल पूरी हो जाऊगी। इस तरह ना एक सज्जण सगे वो कहण लगे कि कोई समा मेरे ते ऐसा सगा कि जदों मैनूं डंग दी डंग रोटी भी कदी नसीब नहीं सी हुंदी। क्यों, मैं टोटली अनपढ़ सगा, तो अगर मैं किसी दे दिहाड़ी करने जाना तो उन्हें 1-2 दिन मैनूं रख के फिर जवाब दे देना, तो बाकी मैं कदी किते टक्कर मारनी किते टक्कर मारनी। पर कोई भी इंसान जिहड़ा मैनूं दिहाड़ी ते रख के भी खुश नहीं सी, क्योंकि मेरी सेहत जिहड़ी सी कुछ इस ढंग नाल लगदी सी कि जिवें मैं कदी काम नहीं कर सकदा होवां। अखीर कहंदे मेरे मन दे विच एक ऐसी विचार फुरी कि एक वार मैं जद गुरुद्वारे साहब के सामने दी लंघिया तो संगत नूं देख के मेरे मन च विचार आई भी देखो संगत सारी गुरुद्वारे आउंदी आ, सेवा करदी आ, गुरु दीआं खुशियां प्राप्त करदी आ, क्यों ना जद बेला समा होवे मैं भी गुरु घर आके सेवा करा। जद सेवा करांगा गुरु की आपे नज़र कदी ना कदी मेरे ते हो जाएगी, जब नज़र होगी तो मेरे भी जड़े वो खुशियां दे दरवाजे खुल जाणगे। ये सोच के वो सज्जन जड़े सगे उस गुरु घर दे विच सेवा करन लग पे। जद उन्होंने गुरु घर दे विच झाड़ू मारना, बर्तन की सफाई करनी जां होर जिन्नी भी सेवा जिधरों भी होवे वो करते रहना, पर जिदन किते दिहाड़ी बाहर मिलनी उस दिन दिहाड़ी भी कर देनी। तो पर गुरु घर की सेवा करके तो उत्थों लंगर पानी का प्रसादा छक के तो धन बाबे नानक का शुक्र करना। इस तरह ना समा कुछ लंघदा गया। जब लंघदा गया फिर सज्जन दसदे सी कि एक बार उस ही गुरुद्वारे साहब दे विच एक कोई आदमी कहने मेरे पास आया, पास आके कहते उन्हें मैंने पूछा भी तू बाहर की काम करदा,
ਕਹਿੰਦੇ ਮੈਂ ਉਹਨੂੰ ਇਹ ਆਖਿਆ ਕਿ ਮੈਂ ਬਾਹਰ ਹੈ ਨਾ ਦਿਹਾੜੀ ਟੱਪਾ ਕਰਦਾ ਹੈ, ਜਿੱਥੇ ਕੰਮ ਮਿਲ ਜਾਂਦਾ ਕਰ ਛੱਡੀ ਦਾ, ਅਗਰ ਕੰਮ ਨਹੀਂ ਮਿਲਦਾ ਤਾਂ ਮੈਂ ਗੁਰੂ ਘਰ ਆ ਕੇ ਸੇਵਾ ਕਰਦਾ ਰਹਿੰਦਾ ਹਾਂ। ਫਿਰ ਦੇਖੋ ਸੱਜਣ ਕਹਿਣ ਲੱਗਾ ਕਿ ਅਗਰ ਤੈਨੂੰ ਕੰਮ ਚਾਹੀਦਾ ਹੈ ਤੇ ਮੈਨੂੰ ਇੱਕ ਆਦਮੀ ਦੀ ਜ਼ਰੂਰਤ ਵਾ, ਤੇ ਅਗਰ ਤੂੰ ਚਾਹੇ ਤਾਂ ਤੂੰ ਮੇਰੇ ਨਾਲ ਕੰਮ ਕਰ ਸਕਦਾ ਹੈ, ਪਰ ਮੇਰੀ ਜਿਹੜੀ ਸ਼ਰਤ ਇਹੋ ਹੀ ਆ ਕਿ ਮੈਂ ਜਿਹੜਾ ਨਵਾਂ ਆਦਮੀ ਕੰਮ 'ਤੇ ਰੱਖਦਾ ਹੈ ਉਸ ਨੂੰ 2-3 ਮਹੀਨੇ ਕੋਈ ਸੈਲਰੀ ਨਹੀਂ ਦਿੰਦਾ, ਕੋਈ ਨਿੱਕਾ ਪੈਸਾ ਨਹੀਂ ਦਿੰਦਾ। ਹਾਂ, ਮੈਂ ਤੈਨੂੰ 2 ਟਾਈਮ ਰੋਟੀ ਦੇ ਸਕਦਾ ਹੈ। ਜਦ ਇੰਨੀ ਗੱਲ ਹੋਈ ਉਹ ਸੱਜਣ ਜਿਹੜੇ ਸੀ ਸੇਵਾ ਕਰਦੇ ਉਹਨਾਂ ਨੇ ਮਨ 'ਚ ਸੋਚਿਆ ਵੀ ਚਲੋ ਅਗਰ ਰੋਟੀ ਵੀ ਮਿਲਦੀ ਹੈ ਤਾਂ ਵੀ ਧੰਨ ਬਾਬੇ ਨਾਨਕ ਦਾ ਸ਼ੁਕਰ ਹੈਗਾ। ਕਹਿੰਦੇ ਫਿਰ ਅਸੀਂ ਉਹਨੂੰ ਸੱਜਣ ਨੂੰ ਪੁੱਛਿਆ ਵੀ ਦੱਸੋ ਮੈਨੂੰ ਕੀ ਕੰਮ ਕਰਨਾ ਪਊਗਾ। ਫਿਰ ਉਹ ਕਹਿਣ ਲੱਗੇ ਕਿ ਮੇਰੀ ਇੱਕ ਦੁਕਾਨ ਹੈਗੀ ਆ, ਮੈਂ ਦੁਕਾਨ ਦੇ ਉੱਤੇ ਟੇਲਰ ਦਾ ਕੰਮ ਕਰਦਾ, ਬਸ ਤੂੰ ਹੈ ਨਾ ਜਿੰਨੇ ਵੀ ਮੇਰੇ ਕੋਲ ਕੱਪੜੇ ਉਹਨਾਂ ਦੀ ਕਟਿੰਗ ਕਰਨੀ ਆ। ਜਦ ਕਟਿੰਗ ਕਰਨੀ ਆ ਤਾਂ ਹੌਲੀ ਹੌਲੀ ਜਦ ਤੂੰ ਕੰਮ ਸਿੱਖ ਲਊਂਗਾ ਤਾਂ ਫਿਰ ਮੈਂ ਤੈਨੂੰ ਥੋੜ੍ਹੀ ਬਹੁਤੀ ਤਨਖਾਹ ਦੇਣੀ ਵੀ ਸ਼ੁਰੂ ਕਰ ਦਊਂਗਾ। ਉਹ ਫਿਰ ਸੱਜਣ ਕਹਿਣ ਲੱਗੇ ਕਿ ਮੈਂ ਫਿਰ ਉਸ ਟੇਲਰ ਵਾਲੀ ਦੁਕਾਨ 'ਤੇ ਚਲਾ ਗਿਆ। ਜਦ ਗਿਆ ਤਾਂ ਕਹਿੰਦੇ ਮੈਂ ਜਾ ਕੇ ਉੱਥੇ ਕਟਿੰਗ ਦਾ ਕੰਮ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ। ਪਰ ਕਹਿੰਦੇ ਐਸਾ ਕ੍ਰਿਸ਼ਮਾ ਹੋਇਆ ਕਿ ਉਸ ਸੇਵਾ ਦੇ ਬਦਲੇ ਜਦੋਂ ਮੈਂ ਕਟਿੰਗ ਦਾ ਕੰਮ ਸ਼ੁਰੂ ਕੀਤਾ ਤਾਂ ਮੇਰੇ ਮਨ ਦੇ ਵਿੱਚ, ਮੇਰੇ ਦਿਮਾਗ ਦੇ ਵਿੱਚ, ਮੇਰੀ ਸੋਚ ਦੇ ਵਿੱਚ ਨਵੇਂ ਫੈਸ਼ਨ ਦੇ ਜੋ ਡਿਜ਼ਾਈਨ ਸੀਗੇ ਉਹ ਕਹਿੰਦੇ ਉਤਰਨ ਲੱਗੇ। ਤਾਂ ਮੈਂ ਜਿਹੜਾ ਕਟਿੰਗ ਦਾ ਕੰਮ ਸੀਗਾ ਉਹ ਨਵੇਂ ਡਿਜ਼ਾਈਨਾਂ ਦੇ ਰੂਪ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਔਰ ਮੈਂ ਇਸ ਗੱਲ 'ਤੇ ਹੈਰਾਨ ਸੀਗਾ ਕਿ ਜਿਹੜਾ ਕੰਮ 1 ਸਾਲ ਦੇ ਵਿੱਚ ਕੋਈ ਆਮ ਇਨਸਾਨ ਸਿੱਖਦਾ ਹੈਗਾ, ਮੈਂ 10 ਦਿਨਾਂ ਦੇ ਵਿੱਚ ਸਾਰਾ ਕੰਮ ਬੜੀ ਫਰਤੀਲੀ ਨਾਲ ਕਰਨ ਲੱਗ ਪਿਆ। ਜਦ ਕਹਿੰਦੇ ਕੰਮ ਲੱਗਾ ਤਾਂ ਬਸ ਫੇਰ ਕੀ ਸੀ, ਉਹ ਜਿਹੜਾ ਮਾਲਕ ਮੈਨੂੰ ਲੈ ਕੇ ਗਿਆ ਸੀ ਦੁਕਾਨ 'ਤੇ ਉਹ ਬੜਾ ਖੁਸ਼ ਹੋਇਆ। ਦੁਕਾਨ ਦੇ ਵਿੱਚ ਫਿਰ ਗਾਹਕਾਂ ਦੀ ਜਿਹੜੀ ਸੀਗੀ ਉਹ ਭੀੜ ਲੱਗਣੀ ਸ਼ੁਰੂ ਹੋ ਗਈ। ਹਰੇਕ ਦੇ ਮਨ ਦੇ ਵਿੱਚ ਇਹ ਆਇਆ ਕਿ ਇਸ ਦੁਕਾਨ ਦੇ ਜਿਹੜੇ ਕੱਪੜੇ ਟੇਲਰ ਸੀਂਦਾ ਇਹਦੀ ਫਿਟਿੰਗ ਬਹੁਤ ਵਧੀਆ ਹੈਗੀ ਆ, ਇਸ ਕਰਕੇ ਬਹੁਤ ਲੋਕ ਜਿਹੜੇ ਕਹਿੰਦੇ ਕੱਪੜੇ ਸਮਾਉਣ ਲੱਗ ਪਏ। ਪਰ ਜਦ ਥੋੜ੍ਹਾ ਚਿਰ ਕੰਮ ਕਰਦਿਆਂ ਮੈਨੂੰ ਹੋਇਆ, ਫਿਰ ਉਹ ਸੱਜਣ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਇੱਕ ਵਾਰੀ ਇਹ ਵਿਚਾਰ ਆਈ ਆ, ਜੇ ਹੋਵੇ ਨਾ ਤਾਂ ਮੈਂ ਵੀ ਇੱਕ ਆਪਣੀ ਵੱਖਰੀ ਦੁਕਾਨ ਖੋਲ੍ਹ ਲਵਾਂ। ਉਸ ਤੋਂ ਬਾਅਦ ਸੱਜਣ ਕਹਿੰਦੇ ਕਿ ਮੈਂ ਵੀ ਇੱਕ ਮੋੜ 'ਤੇ ਆ ਕੇ ਹੈ ਨਾ ਇੱਕ ਸਸਤੀ ਜਿਹੀ ਛੋਟੀ ਜਿਹੀ ਦੁਕਾਨ ਜਿਹੜੀ ਸੀ ਉਹ ਖੋਲ੍ਹ ਲਈ ਕੱਪੜੇ ਦੀ। ਜਦ ਖੋਲ੍ਹੀ ਆ ਅਤੇ ਉੱਥੇ ਮੈਂ ਜਦ ਸਿਲਾਈ ਦਾ ਕੰਮ ਸ਼ੁਰੂ ਕੀਤਾ, ਬਸ ਐਸੀ ਕਹਿੰਦੇ ਰਹਿਮਤ ਹੋਈ ਆ ਕਿ ਨਵੇਂ ਡਿਜ਼ਾਈਨ, ਨਵੇਂ ਕੱਪੜੇ ਸਿਲਾਈ ਕਹਿੰਦੇ ਜਦ ਮੈਂ ਕਰਨੀ ਆ ਅਤੇ ਉੱਥੇ ਗਾਹਕੀ ਦਾ ਇੰਨਾ ਰਸ਼ ਹੋ ਗਿਆ ਕਿ ਕਰਦੇ ਮੇਰੀ ਜਿਹੜੀ ਮਸ਼ਹੂਰੀ ਸੀਗੀ ਇਹ ਸਾਰੇ ਪਾਸੇ ਹੋਣ ਲੱਗ ਪਈ ਤਾਂ ਸਾਰੇ ਇਹੋ ਕਹਿੰਦੇ ਕਿ ਇੱਕ ਫਲਾਨੀ ਗਲੀ ਦੇ ਵਿੱਚ ਟੇਲਰ ਵਾ, ਲੇਕਿਨ ਕੱਪੜੇ ਉਹ ਲੇਡੀਜ਼ ਅਤੇ ਜੈਂਟਸ ਇੰਨੇ ਵਧੀਆ ਸੀਂਦਾ ਹੈ ਕਿ ਉਹਦਾ ਹੱਥ ਦਾ ਸੀਤਾ ਹੋਇਆ ਕੱਪੜਾ ਹਰੇਕ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ। ਕਹਿੰਦੇ ਜਦ ਇੰਨੀ ਗੱਲ ਹੋਈ, ਐਸੀ ਕਹਿੰਦੇ ਰਹਿਮਤ ਦੀ ਬਖਸ਼ਿਸ਼ ਦਾ ਦਰ ਖੁੱਲ੍ਹਿਆ ਹੈਗਾ ਕਿ ਇੱਕ ਵਾਰੀ ਇੱਕ ਬੰਬੇ ਤੋਂ ਇੱਕ ਕੋਈ ਸੇਠ ਕੰਪਨੀ ਦਾ ਮਾਲਕ ਜਿਹੜਾ ਸੀਗਾ ਉਹਦਾ ਇੱਕ ਕਹਿੰਦੇ ਕੋਈ ਬਿਸ਼ੰਦਾ ਮੇਰੇ ਪਾਸ ਆਇਆ। ਆ ਕੇ ਉਹਨੇ ਮੇਰੇ ਜਿਹੜਾ ਸੀਗਾ ਉਹ ਟੇਲਰ ਦਾ ਕੰਮ ਦੇਖਿਆ, ਕੱਪੜੇ ਚੈੱਕ ਕੀਤੇ। ਫਿਰ ਕਹਿੰਦੇ ਉਹਨੇ ਮੈਨੂੰ ਇਹ ਆਖਿਆ ਕਿ ਮੇਰੀ ਮਾਲਕ ਦੀ ਜੇ ਬੰਬੇ ਦੇ ਵਿੱਚ ਬਹੁਤ ਵੱਡੀ ਫੈਕਟਰੀ ਹੈਗੀ ਆ, ਅਤੇ ਅਗਰ ਤੂੰ ਚਾਹੇ ਤਾਂ ਮੈਂ ਤੈਨੂੰ ਉੱਥੇ ਲੈ ਜਾਊਂਗਾ, ਤੈਨੂੰ ਵਧੀਆ ਸੈਲਰੀ ਮਿਲੂਗੀ, ਰਹਿਣ ਲਈ ਰਿਹਾਇਸ਼ ਵੀ ਵਧੀਆ ਮਿਲੂਗੀ, ਬਸ ਤੂੰ ਉੱਥੇ ਕਟਿੰਗ ਦਾ ਕੰਮ ਕਰਨਾ, ਨਵੇਂ ਡਿਜ਼ਾਈਨ ਜਿਹੜੇ ਆ ਉਹ ਬਣਾ ਕੇ ਤਿਆਰ ਕਰਨੇ। ਉਹ ਫਿਰ ਸੱਜਣ ਕਹਿਣ ਲੱਗੇ ਕਿ ਮੈਂ ਉਸੇ ਹੀ ਆਦਮੀ ਦੇ ਨਾਲ ਜਦ ਮੁੰਬਈ ਪਹੁੰਚਿਆ ਸੀਗਾ, ਉੱਥੇ ਪਹੁੰਚ ਕੇ ਕਹਿੰਦੇ ਜਦ ਮਾਲਕ ਮੇਰੇ ਪਾਸ ਆਇਆ ਸੀਗਾ ਅਤੇ ਜਦ ਮਾਲਕ ਨੇ ਮੈਨੂੰ ਦੇਖਿਆ, ਫਿਰ ਕਹਿੰਦੇ ਉਹ ਆਪਣੇ ਆਦਮੀ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕੋਈ ਇਹ ਪੇਂਡੂ ਅਨਪੜ੍ਹ ਕੋਈ ਗਵਾਰ ਲੜਕਾ ਹੈਗਾ, ਤੂੰ ਇਸ ਨੂੰ ਕਿੱਧਰੋਂ ਫੜ ਲਿਆ ਹੈ, ਕਿਉਂਕਿ ਮੇਰੀ ਜਿਹੜੀ ਕੰਪਨੀ ਹੈ, ਮੇਰੀ ਕੰਪਨੀ ਦੇ ਬਾਸ ਬਹੁਤ ਜਿਹੜੇ ਡਿਜ਼ਾਈਨਦਾਰ ਟੇਲਰ ਜਿਨ੍ਹਾਂ ਨੇ ਵੱਡੇ ਕੋਰਸ ਕੀਤੇ ਆ ਉਹ ਆ ਕੇ ਮੇਰੀ ਕੰਪਨੀ 'ਚ ਇੰਟਰਵਿਊ ਦਿੰਦੇ ਆ। ਜਦ ਕਹਿੰਦੇ ਇੰਨੀ ਗੱਲ ਹੋਈ, ਸੱਜਣ ਕਹਿਣ ਲੱਗੇ ਕਿ ਮੈਂ ਮਾਲਕ ਨੂੰ ਇਹ ਆਖਿਆ ਕਿ ਬੇਸ਼ੱਕ ਮੈਂ ਅਨਪੜ੍ਹ ਹੈਗਾ, ਪਰ ਮੈਂ ਕੋਰਸ ਵੀ ਕੋਈ ਨਹੀਂ ਕੀਤਾ, ਪਰ ਤੁਸੀਂ ਮੇਰਾ ਕੰਮ ਚੈੱਕ ਕਰੋ। ਜਦੋਂ ਤੁਸੀਂ ਮੇਰਾ ਕੰਮ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਜਿਹੜਾ ਉਹ ਪਤਾ ਲੱਗ ਜਾਊਗਾ, ਕਿਉਂ ਗੱਲ ਕੰਮ ਦੀ ਹੈ ਇੱਥੇ। ਤੁਸੀਂ ਮੇਰਾ ਕੰਮ ਚੈੱਕ ਕਰੋਗੇ, ਤੁਹਾਨੂੰ ਚੰਗਾ ਲੱਗਦਾ ਹੈ ਤਾਂ ਤੁਸੀਂ ਮੈਨੂੰ ਆਪਣੀ ਕੰਪਨੀ 'ਚ ਰੱਖ ਲਿਓ, ਜੇ ਨਹੀਂ ਚੰਗਾ ਲੱਗਦਾ ਹੈ ਤਾਂ ਮੈਂ ਵਾਪਸ ਚਲਾ ਜਾਵਾਂਗਾ। ਕਹਿੰਦਾ ਇਹ ਸੋਚ ਕੇ ਮਾਲਕ ਨੇ ਕੁਛ ਕੱਪੜੇ ਜਿਹੜੇ ਸੀ ਮੈਨੂੰ ਦੇ ਦਿੱਤੇ ਅਤੇ ਮੈਨੂੰ ਇਹ ਕਹਿਣ ਲੱਗਾ ਕਿ ਤੂੰ ਆਪਣੀ ਮਰਜ਼ੀ ਦੇ ਅਨੁਸਾਰ ਇਹਦੇ ਡਿਜ਼ਾਈਨ ਬਣਾ ਕੇ ਇਹੋ ਹੀ ਕੱਪੜੇ ਜਿਹੜੇ ਆ ਤੂੰ ਪੂਰੀ ਸਿਲਾਈ ਕਰਕੇ ਹੈ ਨਾ, ਕਹਿੰਦੇ ਇਹ ਸਾਨੂੰ ਚੈੱਕ ਕਰਾ ਦੇਣੇ ਆ। ਕਹਿੰਦੇ ਜਦੋਂ ਉਹਨੇ 5-7 ਕੱਪੜੇ ਦਿੱਤੇ, ਮੈਂ ਆਪਣੇ ਹੀ ਜੋ ਮੇਰੇ ਮਨ ਦੇ ਅੰਦਰ ਫੁਰਨਾ ਬਣਿਆ ਉਸੇ ਹਿਸਾਬ ਨਾਲ ਕਹਿੰਦੇ ਮੈਂ ਡਿਜ਼ਾਈਨ ਕਟਿੰਗ ਕਰਕੇ 6-7 ਜਿਹੜੇ ਸੂਟ ਵਧੀਆ ਸੀਗੇ ਕਹਿੰਦੇ ਬਣਾ ਕੇ ਮੈਂ ਮਾਲਕ ਨੂੰ ਦਿਖਾਏ। ਜਦ ਦਿਖਾਏ ਤਾਂ ਕਹਿੰਦੇ ਮਾਲਕ ਇੰਨਾ ਖੁਸ਼ ਹੋਇਆ, ਇੰਨਾ ਹੈਰਾਨ ਵੀ ਹੋਇਆ। ਉਹ ਕਹਿੰਦਾ ਇਹ ਕਹਿਣ ਲੱਗਾ ਨਾਲ ਦਿਆਂ ਨੂੰ, ਕਹਿੰਦੇ ਇਹੋ ਜਿਹਾ ਡਿਜ਼ਾਈਨ, ਇਹੋ ਜਿਹਾ ਟੇਲਰ ਕਹਿੰਦੇ ਮੈਂ ਕਦੀ ਨਹੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ। ਮੇਰੇ ਪਾਸ ਵੱਡੇ ਤਜਰਬੇਕਾਰ ਟੇਲਰ ਆਇਆ,
पर इस दे हत्थ की कटिंग और इस दे हत्थ की फिटिंग कहते मैं देख के बड़ा हैरान हो गया है। खैर कहते मैनू उत्थे रखा गया, एक वधिया कमरा रहन वास्ते दिता गया, उस तो बाद चंगी तनख्वाह दी गई। हौली हौली कहते बंबे दे विच जिन्ना भी मेरा काम सगा जद कोई हरेक देखदा सगा ते वो तारीफ करदा नहीं सी थकदा। पर समा आया कहते उस ही मालक ने उहदी एक छोटी कंपनी अमेरिका च सीगी, उन्हें मैनू उत्थे शिफ्ट कर दिता ते उत्थे पूरी कंपनी का जिन्ना भी टेलरिंग का काम से उहदा मैनेजर बना के भेज दिता। अज कहते देखो मैं अमेरिका च सैटल हाँ, बहुत बड़ी सैलरी हैगी आ, मेरी शादी भी हो गई आ ते फैमिली आ, बहुत वधिया ढंग दे नाल जिहड़ा हैगा मेरा कारोबार चल रहा हैगा। पर मैं अज भी जद मैनूं भी समा मिलदा हैगा मैं समय दे विच निकल के गुरु घर च जांदा हैगा ते उस घर दे विच जाके मैं अजे भी बर्तन मांजदा, अजे भी झाड़ू दिंदा, अजे भी सेवा करदा। ये मैं मैनूं कदी नहीं भुलाया कि मैनू इस नीच नूं जिसनूं गुरबाणी ने आख्या कि हम रुलते फिरते कोई बात न पूछता, गुर सतगुर संकीरे हम थापे, अज मैनू एडी उच्ची पदवी देती है। तो मैं जिन्ना भी जिहड़ा दसबंध कमाई चों बनदा हैगा गुरु घर दे लंगरां दे विच भेटा करदा ते अपनी जिहड़ी जिंदगी हैगी उस जिंदगी नूं गुरु दी सेवा दे विच अर्पण करदा होया कहंदे अज मैं शिखरां दी बुलंदी नूं छू रिहा है। सो कहण तो भाव इन्ना ही आ कि जिहड़े सज्जण अपना दसबंध कढ़दे आ उन्हां दा लोक ते परलोक दोने सहेलिया हो जांदे आ ते उन्हां दी जय जयकार हुंदी है। इसे करके गुरबाणी ने आख्या कि घाल खाए किश हत्थों दे, कि जिहड़े अपनी घाल कमाई करके अपने परिवार दा अपने जीवन का निर्वाह करते आ पर दूसरे की मदद भी करते आ, नानक राह पछाणे से असल दे विच उही धर्म दा सच्चे रास्ते नूं पछाणदे। उन्हां नूं असल दे विच सोझी हुंदी आ कि आदमी दा मनोरथ की आ, क्यों बिच दुनिया सेव कमाईए ते दरगह बेसण पाईए, कि संसार में जिहड़े सेवा करते आ तो उन्होंने ही दरगाह दे विच ढोई मिलती आ ते उन्हां दी ही जय जयकार हुंदी। सो दास इन्ने ही बचन करदा होया खिमा दा जाचक है जी, होइयां बेअंत भुल्लां चुकां दी खिमा बख्शणी। सो फतेह बुलाओ। वाहिगुरू जी का खालसा वाहिगुरू जी की फतेह।